ਹੈਲੋ एवरीवन, ਵੈਲਕਮ ਟੂ ਆਲ। ਐਜ਼ ਯੂ ਆਲ ਨੋ ਕਿ ਅਸੀਂ ਪੀਐਸ ਟੈਟ ਦੀ ਤਿਆਰੀ ਕਰ ਰਹੇ ਹਾਂ ਤੇ ਬਾਕਾਇਦਾ ਹੁਣ ਤਾਂ ਪੀਐਸ ਟੈਟ ਦੀ ਡੇਟ ਵੀ ਅਨਾਉਂਸ ਹੋ ਚੁੱਕੀ ਹੈ। 12th ਆਫ ਮਾਰਚ ਨੂੰ ਆਪਣਾ ਪੀਐਸ ਟੈਟ ਦਾ ਪੇਪਰ ਆ। ਜੇਕਰ ਅਸੀਂ ਆਪਣੀ ਤਿਆਰੀ ਦੀ ਗੱਲ ਕਰੀਏ ਤਾਂ ਬਹੁਤ ਸਾਰੇ ਅਜਿਹੇ ਟੌਪਿਕ ਨੇ ਜਿਹੜੇ ਆਪਾਂ ਕਵਰ ਕਰ ਚੁੱਕੇ ਹਾਂ ਐਸਐਸਟੀ ਦੇ, ਤੇ ਬਹੁਤ ਸਾਰੇ ਅਜਿਹੇ ਟੌਪਿਕ ਨੇ ਜਿਹੜੇ ਆਪਾਂ ਨੇ ਹਾਲੇ ਕਵਰ ਕਰਨੇ ਨੇ। ਠੀਕ ਹੈ, ਅਗਰ ਆਪਾਂ ਸਿਵਿਕਸ ਦੀ ਗੱਲ ਕਰੀਏ, ਸਿਵਿਕਸ ਆਪਾਂ ਨੇ ਆਲਮੋਸਟ ਸਾਰੀ ਕਵਰ ਕਰ ਲਈ ਆ। ਜਸਟ 3-4 ਟੌਪਿਕ ਰਹਿੰਦੇ ਨੇ ਜਿਹਦੇ ਵਿੱਚ ਪ੍ਰੈਜ਼ੀਡੈਂਟ, ਕੌਨਸਟੀਟਿਊਸ਼ਨ ਔਰ ਆਪਣਾ ਜੁਡੀਸ਼ੀਅਰੀ, ਇਹ ਆਪਣੇ ਮੇਨ ਜਿਹੜੇ 3 ਟੌਪਿਕ ਨੇ ਇਹ ਰਹਿੰਦੇ ਨੇ। ਹਿਸਟਰੀ ਦੇ ਕਾਫੀ ਟੌਪਿਕ ਰਹਿੰਦੇ ਨੇ ਆਪਣੇ, ਤੇ ਕਾਫੀ ਆਪਣੇ ਹੋ ਵੀ ਚੁੱਕੇ ਨੇ, ਮਤਲਬ ਆਲਮੋਸਟ ਹਾਫ ਆਫ ਦੀ ਹਿਸਟਰੀ ਹੋ ਚੁੱਕੀ ਹੈ ਤੇ ਹਾਫ ਆਫ ਦੀ ਹਿਸਟਰੀ ਰਹਿੰਦੀ ਹੈ, ਉਹ ਆਪਾਂ ਕਵਰ ਕਰ ਲਵਾਂਗੇ। ਠੀਕ ਹੈ, ਤੇ ਉਸ ਤੋਂ ਬਾਅਦ ਅਗਰ ਆਪਾਂ ਗੱਲ ਕਰਦੇ ਹਾਂ ਜਿਓਗ੍ਰਾਫੀ ਦੀ, ਜਿਓਗ੍ਰਾਫੀ ਦੇ ਆਪਣੀ ਸਾਰੀ ਪੈਂਡਿੰਗ, ਉਹ ਆਪਣੇ ਹਾਲੇ ਸ਼ੁਰੂ ਨਹੀਂ ਕੀਤੀ ਹੈਗੀ। ਤਾਂ ਹੁਣ ਗੱਲ ਇਹ ਆ ਕਿ ਹੁਣ ਤੱਕ ਆਪਣੇ ਜਿੰਨਾ ਵੀ ਕਵਰ ਕਰ ਲਿਆ ਉਹ ਬਹੁਤ ਅੱਛੇ ਤਰੀਕੇ ਨਾਲ ਆਪਾਂ ਨੇ ਕਵਰ ਕੀਤਾ ਹੈ। ਅਗਰ ਤੁਸੀਂ ਪਿਛਲੀਆਂ ਵੀਡੀਓਜ਼ ਦੇਖੋ ਤੁਹਾਨੂੰ ਬਹੁਤ ਅੱਛੇ ਤਰੀਕੇ ਨਾਲ ਕਾਫੀ ਕੁਝ ਤੁਹਾਨੂੰ ਸਮਝ ਆ ਜਾਊਗਾ। ਅਗਰ ਆਪਾਂ ਕਰੀਏ ਗੱਲ ਸਿਲੇਬਸ ਦੀ, ਜਿਵੇਂ ਆਪਾਂ ਨੇ ਪਿਛਲੀ ਵੀਡੀਓ ਦੇ ਵਿੱਚ, ਕੱਲ੍ਹ ਵਾਲੀ ਵੀਡੀਓ ਦੇ ਵਿੱਚ ਵੀ ਡਿਸਕਸ ਕੀਤਾ ਸੀਗਾ ਕਿ ਸਿਵਿਕਸ ਆ ਜਿਹੜੀ ਤੁਹਾਡੀ ਉਹ ਆਉਣ ਵਾਲੇ 2-3 ਦਿਨਾਂ ਦੇ ਵਿੱਚ ਪੂਰੀ ਹੋ ਜਾਊਗੀ, 3-4 ਦਿਨਾਂ ਦੇ ਵਿੱਚ ਪੂਰੀ ਹੋ ਜਾਊਗੀ। ਅਗਰ ਆਪਾਂ ਹਿਸਟਰੀ ਦੀ ਗੱਲ ਕਰੀਏ ਤਾਂ ਉਹ ਆਪਣੇ ਪੇਪਰ ਤੱਕ ਜਿਹੜੀ ਉਹ ਕੰਪਲੀਟ ਕਰ ਦੇਵਾਂਗੇ। ਕੋਸ਼ਿਸ਼ ਇਹੀ ਹੈ ਕਿ ਜਿੰਨੀ ਜਲਦੀ ਮੈਂ ਸਿਲੇਬਸ ਕਵਰ ਕਰ ਸਕਾਂ, ਜਿੰਨੀ ਜਲਦੀ ਮੈਂ ਵੀਡੀਓਜ਼ ਕਵਰ ਕਰ ਸਕਾਂ, ਉਨੀ ਜਲਦੀ ਆਪਣੀ ਜਿਓਗ੍ਰਾਫੀ ਹੈ ਜਿਹੜੀ ਉਹ ਰਿਕਾਰਡ ਹੋ ਸਕੇ, ਉਨੀ ਜਲਦੀ ਆਪਾਂ ਜਿਓਗ੍ਰਾਫੀ ਨੂੰ ਤਿਆਰ ਕਰ ਸਕਾਂ। ਅਗਰ ਆਪਾਂ ਆਪਣੇ ਨੋਟਸਾਂ ਦੀ ਗੱਲ ਕਰੀਏ ਤਾਂ ਤੁਹਾਡੇ ਹਿਸਟਰੀ ਦੇ ਤੇ ਸਿਵਿਕਸ ਦੇ ਨੋਟਸ ਸਾਰੇ ਫੁੱਲ ਫਲੈਜ ਕੰਪਲੀਟ ਨੇ। ਤੁਸੀਂ ਅਗਰ ਲੈਣੇ ਚਾਹੋ ਤਾਂ ਬਹੁਤ ਹੀ ਰੀਜ਼ਨੇਬਲ ਰੇਟ ਦੇ ਉੱਪਰ ਤੁਸੀਂ ਮੇਰੇ ਤੋਂ ਲੈ ਸਕਦੇ ਹੋ। ਤੁਹਾਨੂੰ ਵਾਇਆ ਪੀਡੀਐਫ ਫਾਰਮ ਮੈਂ ਪ੍ਰੋਵਾਈਡ ਕਰ ਦਵਾਂਗਾ। ਤੁਸੀਂ ਜਸਟ ਮੈਨੂੰ ਇੱਕ ਮੈਸੇਜ ਕਰੋ ਤੇ ਤੁਹਾਨੂੰ ਉਹਦੀਆਂ ਜਿਹੜੀਆਂ ਪੀਡੀਐਫ ਨੇ ਉਹ ਮੈਂ ਸੈਂਡ ਕਰ ਦੇਵਾਂਗਾ। ਠੀਕ ਹੈ, ਬਹੁਤ ਹੀ ਰੀਜ਼ਨੇਬਲ ਪ੍ਰਾਈਸ ਦੇ ਉੱਪਰ ਤੁਹਾਨੂੰ ਉਹ ਮਿਲ ਜਾਣਗੇ। ਤੁਸੀਂ ਤੁਹਾਨੂੰ ਨੀਚੇ ਲਿੰਕ ਦੇ ਵਿੱਚ ਮਿਲ ਵੀ ਜਾਊਗਾ ਕੰਟੈਕਟ। ਬਾਕੀ ਤੁਸੀਂ ਇਸ ਕੰਟੈਕਟ ਦੇ ਉੱਪਰ ਮੇਰੇ ਨਾਲ ਲਿੰਕ ਬਣਾ ਵੀ ਸਕਦੇ ਹੋ, ਮੇਰੇ ਤੋਂ ਪੁੱਛ ਵੀ ਸਕਦੇ ਹੋ ਤੁਸੀਂ ਇਸ ਨੰਬਰ ਦੇ ਉੱਪਰ। ਠੀਕ ਹੈ, ਤੇ ਰਹੀ ਗੱਲ ਆਪਣੇ ਪੁਰਾਣੇ ਜਿੰਨੇ ਵੀ ਪੀਐਸ ਟੈਟ ਦੇ ਪਿਛਲੇ ਪੇਪਰ ਨੇ, ਪੁਰਾਣੇ ਜਿੰਨੇ ਵੀ ਪੇਪਰ ਨੇ, ਹੁਣ ਤੱਕ ਆਪਣੇ 9 ਪੇਪਰ ਹੋ ਚੁੱਕੇ ਨੇ। ਉਹਨਾਂ 9 ਪੇਪਰਾਂ ਦੀ ਤੁਸੀਂ ਪੀਡੀਐਫ ਮੇਰੇ ਤੋਂ ਲੈ ਸਕਦੇ ਹੋ। ਪਲੱਸ ਤੁਸੀਂ 10 ਜਿਹੜੇ ਆਪਣੇ ਪ੍ਰੈਕਟਿਸ ਸੈੱਟ ਨੇ, 9 ਪੇਪਰ ਪਲੱਸ 10 ਪ੍ਰੈਕਟਿਸ ਸੈੱਟ ਨੇ ਜਿਹੜੇ, ਇਹਨਾਂ ਸਾਰਿਆਂ ਦੀ ਤੁਸੀਂ ਮੇਰੇ ਤੋਂ ਪੀਡੀਐਫ ਵੀ ਲੈ ਸਕਦੇ ਹੋ, ਜਿਹੜੀ ਕਿ ਤੁਹਾਨੂੰ ਬਹੁਤ ਹੀ ਰੀਜ਼ਨੇਬਲ ਰੇਟ ਦੇ ਉੱਪਰ ਉਹ ਪ੍ਰੋਵਾਈਡ ਕਰ ਦੇਵਾਂਗਾ ਮੈਂ, ਤੁਹਾਨੂੰ ਮਿਲ ਜਾਵੇਗੀ, ਅਰੇਂਜ ਹੋ ਜਾਵੇਗੀ ਤੁਹਾਡੇ ਲਈ। ਉਹ ਵੀ ਤੁਹਾਨੂੰ ਮੈਂ ਪੀਡੀਐਫ ਫਾਰਮ ਦੇ ਵਿੱਚ ਹੀ ਸੈਂਡ ਕਰਾਂਗਾ। ਠੀਕ ਹੈ, ਇਹ ਕੁਝ ਇੱਕ ਇਨਫੋਰਮੇਸ਼ਨ ਸੀਗੀ। ਇਸ ਤੋਂ ਇਲਾਵਾ ਆਪਾਂ ਨੇ ਜੋ ਚੀਜ਼ ਸ਼ੁਰੂ ਕਰਨੀ ਹੈ ਉਹ ਹੈਗੀ ਆਪਣੇ ਕੋਲੇ ਆਪਣਾ ਅੱਜ ਦਾ ਟੌਪਿਕ ਪ੍ਰੈਜ਼ੀਡੈਂਟ। ਤੇ ਅੱਜ ਦੀ ਇਸ ਵੀਡੀਓ ਦੇ ਵਿੱਚ ਆਪਾਂ ਨੇ ਜੋ ਗੱਲ ਕਰਨੀ ਆ ਉਹ ਗੱਲ ਕਰਨੀ ਆ ਆਪਾਂ ਨੇ ਪ੍ਰੈਜ਼ੀਡੈਂਟ ਦੀ। ਠੀਕ ਹੈ, ਆਪਣਾ ਪ੍ਰੈਜ਼ੀਡੈਂਟ ਦਾ ਕੰਪਲੀਟ ਜਿਹੜਾ ਟੌਪਿਕ ਆ ਉਹ 2 ਲੈਕਚਰਸ ਦੇ ਵਿੱਚ ਕੰਪਲੀਟ ਹੋਏਗਾ। ਇੱਕ ਲੈਕਚਰ ਦੇ ਵਿੱਚ ਆਪਾਂ ਓਵਰਆਲ ਡਿਟੇਲ ਦੀ ਗੱਲ ਕਰਾਂਗੇ ਪ੍ਰੈਜ਼ੀਡੈਂਟ ਦੀ, ਤੇ ਦੂਸਰੇ ਲੈਕਚਰ ਦੇ ਵਿੱਚ ਆਪਾਂ ਪਾਵਰਸ ਆਫ ਪ੍ਰੈਜ਼ੀਡੈਂਟ ਦੀ ਗੱਲ ਕਰਾਂਗੇ। ਠੀਕ ਹੈ, ਕੰਪਲੀਟ ਜਿਹੜੀ ਡਿਟੇਲ ਆ ਉਹ 2 ਲੈਕਚਰਸ ਦੇ ਵਿੱਚ ਪੂਰੀ ਹੋਊਗੀ। ਪ੍ਰੈਜ਼ੀਡੈਂਟ ਬਾਰੇ ਪੜ੍ਹਨ ਤੋਂ ਪਹਿਲਾਂ ਇੱਕ ਜਿਹੜਾ ਅਕਸਰ ਕੁਐਸਚਨ ਪੇਪਰ ਦੇ ਵਿੱਚ ਆਉਂਦਾ ਹੈ ਕਿ ਪਹਿਲਾ ਪ੍ਰੈਜ਼ੀਡੈਂਟ ਕੌਣ ਸੀਗਾ, ਦੂਸਰਾ ਕੌਣ ਸੀਗਾ, ਤੀਸਰਾ ਕੌਣ ਸੀਗਾ, ਜਾਂ ਫਿਰ ਸੈਕਿੰਡ ਲਾਸਟ ਕੌਣ ਸੀਗਾ, ਲਾਸਟ ਵਾਲਾ ਜਾਂ ਮੌਜੂਦਾ ਪ੍ਰੈਜ਼ੀਡੈਂਟ ਕੌਣ ਆ, ਇਹਨਾਂ ਬਾਰੇ ਵੀ ਆਪਾਂ ਨੇ ਡਿਸਕਸ ਕਰਨੀ ਆ। ਸੋ ਉਹਦੇ ਵਾਸਤੇ ਤੁਹਾਨੂੰ ਮੈਂ ਇੱਕ ਚੀਜ਼ ਦੱਸਣੀ ਚਾਹੂੰਗਾ, ਕੌਨਸਟੀਚੁਐਂਟ ਅਸੈਂਬਲੀ। ਕੌਨਸਟੀਚੁਐਂਟ ਅਸੈਂਬਲੀ, ਜਦੋਂ ਅਸੀਂ ਕੌਨਸਟੀਚੁਐਂਟ ਅਸੈਂਬਲੀ ਦੀ ਗੱਲ ਕਰਦੇ ਹਾਂ ਤਾਂ ਸਾਡੇ ਕੋਲੇ ਕੁਝ ਇੱਕ ਕੌਨਸਟੀਟਿਊਸ਼ਨ ਮੇਕਰਸ ਹੁੰਦੇ ਨੇ। ਕੌਨਸਟੀਟਿਊਐਂਟ ਅਸੈਂਬਲੀ ਦਾ ਮਤਲਬ ਉਹ ਵਾਲੇ ਲੋਕ ਜਿਨ੍ਹਾਂ ਨੇ ਕੌਨਸਟੀਟਿਊਸ਼ਨ ਬਣਾਇਆ, ਜਿਨ੍ਹਾਂ ਨੇ ਕੌਨਸਟੀਟਿਊਸ਼ਨ ਮੇਕ ਕੀਤਾ, ਕ੍ਰੀਏਟ ਕੀਤਾ। ਉਹਦੇ ਵਿੱਚ ਸਵਾਲ ਇਹ ਪੈਦਾ ਹੋਇਆ, ਜਿਸ ਟਾਈਮ ਕੌਨਸਟੀਟਿਊਐਂਟ ਅਸੈਂਬਲੀ ਬਣਾਉਣੀ ਸੀਗੀ, ਆਪਾਂ ਕੌਨਸਟੀਟਿਊਸ਼ਨ ਵਾਲੇ ਟੌਪਿਕ ਦੇ ਵਿੱਚ ਆਪਾਂ ਇਹਨੂੰ ਕਰਾਂਗੇ ਵੀ, ਜਿਸ ਟਾਈਮ ਕੌਨਸਟੀਟਿਊਐਂਟ ਅਸੈਂਬਲੀ ਬਣਾਉਣੀ ਸੀਗੀ ਉਸ ਟਾਈਮ ਕਹਿੰਦੇ ਵੀ ਇੱਕ ਪ੍ਰੈਜ਼ੀਡੈਂਟ ਬਣਾਉਣਾ ਹੁੰਦਾ ਹੈ ਨਾ, ਕਿ ਆਪਾਂ ਪ੍ਰੈਜ਼ੀਡੈਂਟ ਕਿਹਨੂੰ ਬਣਾਈਏ। ਓਬਵੀਅਸ ਹੀ ਗੱਲ ਹੈ ਕਿ ਇਲੈਕਸ਼ਨ ਦੇ ਬੇਸਿਸ ਦੇ ਉੱਪਰ ਪ੍ਰੈਜ਼ੀਡੈਂਟ ਬਣਨਾ ਸੀਗਾ, ਬਟ ਇਲੈਕਸ਼ਨ ਕਰਵਾਉਣ ਵਾਸਤੇ ਵੀ ਤਾਂ ਆਪਾਂ ਨੂੰ ਕਿਸੇ ਦਾ ਆਰਡਰ ਚਾਹੀਦਾ ਹੈ। ਤਾਂ ਇੱਦਾਂ ਹੀ ਸੀਨੀਅਰਿਟੀ ਬੇਸਿਸ ਦੇ ਉੱਪਰ ਸਭ ਨੇ ਆਪਣੀ ਸਰਬਸਹਿਮਤੀ ਦੇ ਨਾਲ ਇੱਕ ਪਰਸਨ ਨੂੰ ਨੋਮੀਨੇਟ ਕਰਤਾ ਸੀਗਾ ਕਿ ਜੀ ਇਹ ਹੋਊਗਾ ਕੌਨਸਟੀਟਿਊਐਂਟ ਅਸੈਂਬਲੀ ਦਾ ਪ੍ਰੈਜ਼ੀਡੈਂਟ। ਉਹਨਾਂ ਦਾ ਨਾਮ ਸੀਗਾ ਸਚਿਦਾਨੰਦ ਸਿਨਹਾ। ਮਤਲਬ ਕਿ ਇਹਨਾਂ ਨੂੰ ਸੀਨੀਅਰਿਟੀ ਦੇ ਬੇਸਿਸ ਦੇ ਉੱਪਰ ਕੌਨਸਟੀਟਿਊਐਂਟ ਅਸੈਂਬਲੀ ਦਾ ਪ੍ਰੈਜ਼ੀਡੈਂਟ ਬਣਾਇਆ ਗਿਆ। ਠੀਕ ਹੈ, ਇਸ ਤੋਂ 2 ਦਿਨਾਂ ਬਾਅਦ ਹੀ ਡਾਕਟਰ ਰਜਿੰਦਰ ਪ੍ਰਸਾਦ ਨੂੰ
ਪ੍ਰੈਜ਼ੀਡੈਂਟ ਬਣਾਇਆ ਗਿਆ ਸੀਗਾ ਕੌਂਸਟੀਟਿਊਐਂਟ ਅਸੈਂਬਲੀ ਦਾ। ਇਹ ਆਪਾਂ ਕਿਉਂ ਡਿਸਕਸ ਕਰ ਰਹੇ ਹਾਂ? ਇਨ ਐਕਚੁਅਲ ਇਹਨੂੰ ਡਿਸਕਸ ਕਰਨ ਦਾ ਮਕਸਦ ਸਿਰਫ ਇੰਨਾ ਕਾ ਕਿ ਆਜ਼ਾਦ ਭਾਰਤ ਦੇ ਜਿਹੜੇ ਪਹਿਲੇ ਇਲੈਕਸ਼ਨ ਹੋਏ ਸੀਗੇ, ਆਜ਼ਾਦ ਭਾਰਤ ਦੇ ਪਹਿਲੇ ਇਲੈਕਸ਼ਨ ਹੋਏ ਸੀਗੇ 1951-2 ਦੇ ਵਿੱਚ, ਠੀਕ ਹੈ। ਮਤਲਬ ਕਿ ਜਿਹੜੀ ਆਜ਼ਾਦ ਭਾਰਤ ਦੀ ਪਹਿਲੀ ਸਰਕਾਰ ਬਣੀ ਸੀਗੀ ਉਹ 1952 ਦੇ ਵਿੱਚ ਬਣੀ ਸੀਗੀ। ਉਦੋਂ ਜਿਹੜਾ ਪਹਿਲਾ ਪ੍ਰੈਜ਼ੀਡੈਂਟ ਬਣਿਆ ਸੀਗਾ, ਆਪਣਾ ਪਹਿਲਾ ਪ੍ਰੈਜ਼ੀਡੈਂਟ ਡਾਕਟਰ ਰਾਜਿੰਦਰ ਪ੍ਰਸਾਦ ਹੀ ਸੀ। ਓਕੇ, ਸੋ ਫਸਟ ਪ੍ਰੈਜ਼ੀਡੈਂਟ ਆਫ ਇੰਡੀਆ ਡਾਕਟਰ ਰਾਜਿੰਦਰ ਪ੍ਰਸਾਦ, ਸੈਕੰਡ ਪ੍ਰੈਜ਼ੀਡੈਂਟ ਆਫ ਇੰਡੀਆ ਡਾਕਟਰ ਸਰਵਪੱਲੀ ਰਾਧਾ ਕ੍ਰਿਸ਼ਨਨ। ਸੈਕੰਡ ਜਿਹੜਾ ਆਪਣਾ ਪ੍ਰੈਜ਼ੀਡੈਂਟ ਸੀਗਾ ਉਹ ਡਾਕਟਰ ਸਰਵਪੱਲੀ ਰਾਧਾ ਕ੍ਰਿਸ਼ਨਨ ਸੀਗਾ। ਤੇ ਇਸ ਤੋਂ ਬਾਅਦ ਆਪਣੇ ਕੋਲ ਗੱਲ ਆਉਂਦੀ ਹੈ ਥਰਡ ਦੀ। ਥਰਡ ਜਿਹੜਾ ਆਪਣਾ ਪ੍ਰੈਜ਼ੀਡੈਂਟ ਹੋਇਆ ਉਹ ਹੋਇਆ ਡਾਕਟਰ ਜ਼ਾਕਿਰ ਹੁਸੈਨ। ਡਾਕਟਰ ਜ਼ਾਕਿਰ ਹੁਸੈਨ। ਇਸੇ ਤਰੀਕੇ ਨਾਲ ਜਦੋਂ ਆਪਾਂ ਗੱਲ ਕਰੀਏ ਆਪਣੇ ਲਾਸਟ ਜਿਹੜਾ ਪ੍ਰੈਜ਼ੀਡੈਂਟ ਰਿਹਾ ਸੀਗਾ ਉਹ ਸੀਗਾ ਸ਼੍ਰੀ ਰਾਮਨਾਥ ਕੋਵਿੰਦ। ਤੇ ਇਸ ਟਾਈਮ ਜਿਹੜਾ ਮੌਜੂਦਾ ਆਪਣਾ ਪ੍ਰੈਜ਼ੀਡੈਂਟ ਹੈਗਾ ਏ ਉਹ ਹੈਗਾ ਏ ਦ੍ਰੋਪਦੀ ਮੁਰਮੂ। ਠੀਕ ਹੈ, ਦ੍ਰੋਪਦੀ ਮੁਰਮੂ। ਇਹ ਸੀਗੀ ਜਾਣਕਾਰੀ ਆਪਣੇ ਪ੍ਰੈਜ਼ੀਡੈਂਟ ਕਿਹੜੇ ਕਿਹੜੇ ਨੇ ਇੰਡੀਆ ਦੇ ਵਿੱਚ। ਫਸਟ ਕੌਣ ਸੀਗਾ, ਸੈਕਿੰਡ ਕੌਣ ਸੀਗਾ, ਥਰਡ ਕੌਣ ਸੀਗਾ, ਜਾਂ ਫਿਰ ਸੈਕਿੰਡ ਲਾਸਟ ਕੌਣ ਸੀਗਾ, ਜਾਂ ਫਿਰ ਪ੍ਰੈਜ਼ੈਂਟ ਇਸ ਟਾਈਮ ਆ ਜਿਹੜਾ ਪ੍ਰੈਜ਼ੀਡੈਂਟ ਉਹ ਕੌਣ ਆ। ਇਸ ਤੋਂ ਬਾਅਦ ਆਪਾਂ ਨੇ ਪ੍ਰੈਜ਼ੀਡੈਂਟ ਦੀ ਕੰਪਲੀਟ ਡਿਟੇਲ ਦੀ ਗੱਲ ਕਰਨੀ ਆ। ਪ੍ਰੈਜ਼ੀਡੈਂਟ ਦੀ ਕੰਪਲੀਟ ਜਿਹੜੀ ਡਿਟੇਲ ਆ ਆਪਾਂ ਨੇ ਉਹਦੀ ਗੱਲ ਕਰਨੀ ਆ। ਸਭ ਤੋਂ ਪਹਿਲਾਂ ਆਪਣੇ ਕੋਲ ਆ ਰਿਹਾ ਪ੍ਰੈਜ਼ੀਡੈਂਟ ਦੇ ਇਲੈਕਸ਼ਨ। ਆਪਾਂ ਇਲੈਕਸ਼ਨਸ ਦੀ ਕੰਪਲੀਟ ਗੱਲ ਕਰਾਂਗੇ। ਜਦੋਂ ਅਸੀਂ ਇਲੈਕਸ਼ਨਸ ਦੀ ਗੱਲ ਕਰਦੇ ਆ ਤਾਂ ਜਿਹੜੇ ਪ੍ਰੈਜ਼ੀਡੈਂਟ ਦੇ ਇਲੈਕਸ਼ਨ ਨੇ ਗਾਇਸ, ਪ੍ਰੈਜ਼ੀਡੈਂਟ ਦੇ ਇਲੈਕਸ਼ਨ ਹੁੰਦੇ ਨੇ ਇਨਡਾਇਰੈਕਟ ਮੈਥਡ ਦੇ ਨਾਲ, ਇਨਡਾਇਰੈਕਟ ਵੇ ਦੇ ਨਾਲ। ਇਨਡਾਇਰੈਕਟਲੀ ਅਸੀਂ ਪ੍ਰੈਜ਼ੀਡੈਂਟ ਦੇ ਇਲੈਕਸ਼ਨ ਕਰਵਾਉਣੇ ਆ। ਤੇ ਇਹਦੇ ਵਿੱਚ ਜਿਹੜਾ ਸਿਸਟਮ ਅਪਲਾਈ ਕੀਤਾ ਜਾਂਦਾ ਉਹ ਹੁੰਦਾ ਹੈ ਪ੍ਰਪੋਰਸ਼ਨਲ ਰਿਪਰੈਜ਼ੈਂਟੇਸ਼ਨ। ਪ੍ਰਪੋਰਸ਼ਨਲ ਰਿਪਰੈਜ਼ੈਂਟੇਸ਼ਨ, ਜਾਂ ਫਿਰ ਇਹਦੇ ਵਿੱਚ ਹੀ ਅੱਗੇ ਜਿਹੜਾ ਮਤਲਬ ਆਉਂਦਾ ਹੈ ਉਹ ਆਉਂਦਾ ਹੈ ਪ੍ਰਪੋਰਸ਼ਨਲ ਰਿਪਰੈਜ਼ੈਂਟੇਸ਼ਨ ਦੇ ਵਿੱਚ ਆਉਂਦਾ ਹੈ ਸਿੰਗਲ ਟ੍ਰਾਂਸਫਰਏਬਲ ਸਿਸਟਮ। ਸਿੰਗਲ ਟ੍ਰਾਂਸਫਰਏਬਲ ਸਿਸਟਮ ਇਹਦੇ ਵਿੱਚ ਆਉਂਦਾ ਹੈ। ਹੁਣ ਇਹਦੇ ਵਿੱਚ ਕੁਐਸਚਨ ਕੀ ਆ, ਤੁਹਾਨੂੰ ਕੁਐਸਚਨ ਆ ਸਕਦਾ ਕਿ ਪ੍ਰੈਜ਼ੀਡੈਂਟ ਦੇ ਜਿਹੜੇ ਇਲੈਕਸ਼ਨ ਨੇ ਕਿਸ ਤਰੀਕੇ ਨਾਲ ਹੁੰਦੇ ਨੇ, ਪ੍ਰੈਜ਼ੀਡੈਂਟ ਦੇ ਇਲੈਕਸ਼ਨ ਦਾ ਸਿਸਟਮ ਕੀ ਹੈ। ਜਾਂ ਤਾਂ ਤੁਹਾਨੂੰ ਪ੍ਰਪੋਰਸ਼ਨਲ ਰਿਪਰੈਜ਼ੈਂਟੇਸ਼ਨ ਆਪਸ਼ਨ ਦੇ ਵਿੱਚ ਪਿਆ ਹੋਊਗਾ ਜਾਂ ਤੁਹਾਨੂੰ ਪਿਆ ਹੋਊਗਾ ਸਿੰਗਲ ਟ੍ਰਾਂਸਫਰਏਬਲ ਸਿਸਟਮ। ਠੀਕ ਹੈ, ਜਿਹੜੇ ਪ੍ਰੈਜ਼ੀਡੈਂਟ ਦੇ ਇਲੈਕਸ਼ਨ ਹੁੰਦੇ ਨੇ ਉਹ ਸਿੰਗਲ ਟ੍ਰਾਂਸਫਰਏਬਲ ਸਿਸਟਮ ਦੇ ਨਾਲ ਹੁੰਦੇ ਨੇ। ਜਿਹੜੇ ਪ੍ਰਾਈਮ ਮਿਨਿਸਟਰ ਦੇ ਇਲੈਕਸ਼ਨ ਹੁੰਦੇ ਨੇ ਉਹ ਹੁੰਦੇ ਨੇ ਵਾਇਆ FPTP, ਫਸਟ ਪਾਸਟ ਦਾ ਪੋਸਟ। ਮਤਲਬ ਕਿ ਆ ਦੋ ਤੁਹਾਨੂੰ ਧਿਆਨ 'ਚ ਰੱਖਣੇ ਨੇ, ਇੱਕ ਸਿੰਗਲ ਟ੍ਰਾਂਸਫਰਏਬਲ, ਇੱਕ ਫਸਟ ਪਾਸਟ ਦਾ ਪੋਸਟ। ਇਹ ਹੁੰਦੇ ਕੀ ਨੇ, ਇਹਨਾਂ ਦੀ ਟੈਨਸ਼ਨ ਨਾ ਲਵੋ, ਇਹ ਚੀਜ਼ ਕਦੇ ਵੀ ਪੇਪਰ ਦੇ ਵਿੱਚ ਨਹੀਂ ਹੁੰਦੀ, ਬਸ ਇੰਨੀ ਕੁ ਚੀਜ਼ ਨੂੰ ਤੁਸੀਂ ਰੱਟਾ ਲਗਾ ਲਓ। ਅਗਲਾ ਆਪਣੇ ਕੋਲ ਸਵਾਲ ਆ ਰਿਹਾ ਹੈ ਕਿ ਜਿਹੜਾ ਆਪਣਾ ਪ੍ਰੈਜ਼ੀਡੈਂਟ ਆ ਉਹਨੂੰ ਵੋਟ ਕੌਣ ਪਾਊਗਾ, ਹੂ ਕੈਨ ਵੋਟ। ਕਿਉਂਕਿ ਮੈਥਡ ਇਨਡਾਇਰੈਕਟ ਆ ਨਾ, ਰਸਤਾ ਇਨਡਾਇਰੈਕਟ ਆ। ਆਪਾਂ ਡਾਇਰੈਕਟ ਆਮ ਲੋਕ ਤਾਂ ਜਾ ਕੇ ਵੋਟ ਪਾਉਂਦੇ ਨਹੀਂ ਹੈਗੇ, ਤਾਂ ਫਿਰ ਜਿਹੜੇ ਕੌਣ ਲੋਕ ਨੇ ਜਿਹੜੇ ਪ੍ਰੈਜ਼ੀਡੈਂਟ ਨੂੰ ਵੋਟ ਪਾਉਣਗੇ। ਇੱਥੇ ਤੁਸੀਂ ਇੱਕ ਚੀਜ਼ ਧਿਆਨ ਰੱਖਣੀ ਆ, ਆਪਾਂ ਨੇ ਹੁਣ ਤੱਕ ਜਿੰਨਾ ਵੀ ਪੜ੍ਹਿਆ ਹੈ, ਚਾਹੇ ਉਹ MLA ਨੇ ਚਾਹੇ ਉਹ MP ਨੇ, ਆਪਾਂ ਨੇ ਹੁਣ ਤੱਕ ਜਿੰਨਾ ਵੀ ਪੜ੍ਹਿਆ ਹੈ ਉਹਦੇ ਵਿੱਚ ਆਪਾਂ ਨੇ ਦੋ ਚੀਜ਼ਾਂ ਪੜ੍ਹੀਆਂ ਨੇ। ਇੱਕ, ਜਾਂ ਤਾਂ ਉਹਨਾਂ ਦੇ ਇਲੈਕਸ਼ਨ ਹੋਏ ਨੇ ਜਾਂ ਤਾਂ ਉਹਨਾਂ ਨੂੰ ਲੋਕਾਂ ਨੇ ਜਿਤਾਇਆ ਹੈ। ਮਤਲਬ ਕਿ ਉਹ ਜਾਂ ਤਾਂ ਇਲੈਕਟਡ ਬੰਦੇ ਨੇ ਜਾਂ ਫਿਰ ਉਹ ਨੋਮੀਨੇਟਡ ਨੇ। ਨੋਮੀਨੇਟ ਕੌਣ ਕਰਦਾ ਹੁੰਦਾ ਹੈ, ਪ੍ਰੈਜ਼ੀਡੈਂਟ। ਜਾਂ ਤਾਂ ਉਹ ਇਲੈਕਟਡ ਨੇ ਜਾਂ ਉਹ ਨੋਮੀਨੇਟਡ ਨੇ। ਤੁਹਾਨੂੰ ਇਹ ਦੋ ਚੀਜ਼ਾਂ ਧਿਆਨ 'ਚ ਰੱਖਣੀਆਂ ਨੇ। ਹੁਣ ਸੁਣੋ ਧਿਆਨ ਨਾਲ ਕਿ ਪ੍ਰੈਜ਼ੀਡੈਂਟ ਨੂੰ ਵੋਟ ਕੌਣ-ਕੌਣ ਪਾ ਸਕਦਾ ਹੈ। ਪਹਿਲਾ ਪੁਆਇੰਟ, elected members of both the houses of parliament। मतलब के लोक सभा
ਤੇ ਰਾਜ ਸਭਾ ਦੇ ਕੌਣ ਇਲੈਕਟਡ, मतलब कि नोमीनेटेड नहीं आऊगा, क्योंकि प्रेजिडेंट ही तो उन्होंने नोमीनेट करूगा। तो हुण जिन्होंने प्रेजिडेंट ने रखे है वही थोड़ी वोट पाउणगे, प्रेजिडेंट नूं वो वोट नहीं पाउणगे। ठीक है। दूसरा पॉइंट, इलैक्टेड मैंबर्स ऑफ लैजिस्लेटिव असेंबलीज, मतलब के MLA ऑफ ऑल स्टेट्स, MLA ऑफ ऑल स्टेट्स यह भी इलैक्टेड। हुण इत्थे सवाल हो सकता कि तुसीं ये पूछो कि इत्थे तो सारे इलैक्टेड हुंदे ने, इत्थे तो सारे लोग वोटां पाउंदे ने अपने MLA नूं, इत्थे तो कोई नोमीनेटेड हुंदा ही नहीं। तो इत्थे आपां ने एक चीज़ पढ़ी सीगी कि कुछ एक स्टेट्स बाय कैमरल ने, यूपी ते बिहार, पिछले वीडियोज़ देखो उन्हां दे विच आपां कीता सीगा, यूपी ते बिहार, महाराष्ट्र, कर्नाटका, आंध्र प्रदेश, तेलंगाना, कुछ एक स्टेट्स अजिहियां ने जिहड़ियां बाय कैमरल ने, जिथे दो हाउस चलते हैं। जिहड़ा दूसरा हाउस आ उहनूं आपां की कहने आ, उहनूं आपां कहने आ MLC, मैंबर ऑफ लैजिस्लेटिव काउंसल। तां फिर ਇਹਦੇ ਵਿੱਚ सिर्फ इलैक्टेड मैंबर्स ऑफ, मतलब सारे MLA होणगे सारियां स्टेट्स दे, MLC नहीं होणगे। MLC प्रेजिडेंट नूं वोट नहीं पाउणगे। तीसरा अपने को पॉइंट आ रहा इलैक्टेड ही, इलैक्टेड मैंबर ऑफ ऑल यूटीज। इत्थे ऑल नूं ध्यान च रखियो, सिर्फ दो ही यूटी अजिहियां ने जिथे इलैक्शन हुंदे ने, मतलब यूटीज तो सारे च इलैक्शन हुंदे ने जिथे MLA दे इलैक्शन हुंदे ने। इलैक्टेड MLA ऑफ यूटीज, ऑल यूटीज की जगह तुसीं लिखो एक दिल्ली ते एक पुडुचेरी। इत्थे इस कन्फ्यूजन दे विच ना रहो कि ऑल दा मतलब सारियां हो गई, इत्थे मैं ऑल इस करके लिखा, कई बार तुहानूं भुलेखा पा दिंदे ने। उत्थे तुहानूं इस चीज़ की नॉलेज होनी चाहिए है कि जिहड़े MLA दे इलैक्शन हुंदे ने, जिहड़े MLA दी सरकार बनदी है वो सिर्फ दो जगह ते बनदी है, एक दिल्ली च एक पुडुचेरी च। फॉर एग्जाम्पल चंडीगढ़ आ, चंडीगढ़ दे विच MP खड़े हुंदे ने, कोई MLA नहीं आउंदे हैगे। ठीक है। बट दिल्ली की गल करिए, दिल्ली दे विच केजरीवाल आ, केजरीवाल दे अगे 70 MLA ने, सो उत्थे सरकार बनती है। इस तरीके नाल पुडुचेरी दे विच सरकार बनती है। सो आ वो लोग ने जिहड़े वोट पाउणगे। ते फिर कौन वोट नहीं पाऊगा आपां डिस्कस किया ही आ। इत्थे इलैक्टेड मैंबर ऑफ बोथ हाउसिस, लोक सभा ते राज्य सभा, किहड़ा बंदा है जिहड़ा वोट नहीं पाऊगा, कैन नॉट वोट, नोमीनेटेड मैंबर, नोमीनेटेड मैंबर वोट नहीं पाउणगे। नोमीनेटेड च कौन कौन आऊगा, लोक सभा के 2 नोमीनेटेड मैंबर, राज्य सभा के 12 नोमीनेटेड मैंबर वोट नहीं पाउणगे। इस तो बाद अपने को आ रहा है नोमीनेटेड मैंबर ऑफ असेंबलीज, मतलब सिंपल जे लफ्ज़ों च यार जिथे भी नोमीनेटेड आ गया वो वोट नहीं पाउणगे। ओके, अंडरस्टैंड। चलिए अगे अगे सुनो हुण ध्यान नाल, अगे अपने को आ रहा है। अच्छा, एक चीज़ होर तुहानूं इहदे विच ही देखनी आ कि इलैक्शनस दे विच किसी भी तरह का कोई भी डिस्प्यूट हो गया, कोई भी झगड़ा हो गया, कोई भी मिसहैपनिंग हो गई, कुछ प्रेजिडेंट के इलैक्शन दे विच कुछ भी गड़बड़ होगी तो उसका फाइनल डिसीजन है जिहड़ा वो सुप्रीम कोर्ट देखूगी। फाइनल डिसीजन किहदे हत्थां दे विच होऊगा, सुप्रीम कोर्ट के हत्थां दे विच होऊगा। ओके, ये तुहानूं ध्यान दे विच रखना है। अगे असीं जो डिस्कशन करनी है, अगे सुनो ध्यान दे नाल। इलैक्शन तो हो गए, इलैक्शन होने तो बाद साडे कोले आऊगा जो बंदा जित गया, जितन तो बाद साडे कोले की आऊगा, या इलैक्शन दे विच मतलब कौन खड़े होणगे, वोटां दे विच कौन आऊगा, मतलब साडे कोले क्वालीफिकेशन होनी चाहिए है। बंदा कौन कौन है जिहड़ा क्वालीफाइड कर रहा, क्वालीफिकेशन की होगी प्रेजिडेंट की। तब प्रेजिडेंट की अपने कोले क्वालीफिकेशन आ, पहली चीज़ कि वह सिटीजन ऑफ इंडिया होवे, पहली चीज़ वह सिटीजन ऑफ इंडिया होवे। ठीक है। दूसरी चीज़ ਉਹਦੀ ਜਿਹੜੀ एज आ वह 35 या फिर इस तो अबव होनी चाहिए, 35 प्लस होनी चाहिए या घट तो घट 35 होनी चाहिए है। ठीक है। तीसरी चीज़ जिहड़ी अपने को आ रही है कि वह जो भी परसन इलैक्शनस दे विच खड़ा होगा वह लोक सभा दी सारियां कंडीशनस पूरियां करता होवे। ठीक है। चौथी चीज़ अपने को आ रही है
कि वह किसी भी ऑफिस ऑफ प्रॉफिट के उपर ना हो, मतलब कि सिंपल लफ्ज़ों चो किसी भी तरह की सरकारी नौकरी के उपर ना हो। ठीक है, ये है अपन कुछ एक क्वालिफिकेशनस। इस तो बाद अपने गल करनी है यदि ओथ दी। इस तो बाद असी जो गल करनी है वो गल करनी है यदि ओथ दी, कसम दी। इनू कसम कौन चुकवाऊगा? हुण तक गाइज अपने पढ़िया सीगा कि प्राइम मिनिस्टर MLA MLA तो नहीं, प्राइम मिनिस्टर या फिर प्राइम मिनिस्टर के अगे काउंसिल ऑफ मिनिस्टर या फिर होर जिन्ने भी हैगे ने वड्डियां पोस्टां वाले, उन्होंने कौन अपॉइंट करता है? उन्होंने प्रेजिडेंट अपॉइंट करता है, प्रेजिडेंट ही उन्होंने कसम चुकवाता है। क्यों प्रेजिडेंट चुकवाता है? क्योंकि प्रेजिडेंट इज द हाईएस्ट पोस्ट ऑफ द कंट्री। प्रेजिडेंट है जिहड़ा वो इंडिया की सब तो वड्डी पोस्ट आ, पर हुण सवाल इत्थे यह आ कि जिहड़ी इंडिया की सब तो वड्डी पोस्ट आ, अगर वो खुद ही अपॉइंट हो रही है, उन्होंने कौन अपॉइंट करूगा? अगर उन्हें खुद ही कसम चुकनी है, ओहदे दी सौं चुकनी है, उन्होंने कौन चुकाऊगा ओहदे दी सौं? तो जिहड़ी ओहदे दी सौं आ, जिहड़ी ओथ आ, वो उन्होंने चुकवाऊगा CJI, चीफ जस्टिस ऑफ इंडिया। CJI चीफ जस्टिस ऑफ इंडिया मतलब कि अपनी सुप्रीम कोर्ट का जिहड़ा मेन जज आ, उन्होंने ओहदे दी सौं चुकवाऊगा। बाय चांस जिहड़ा मेन जज आ वो पोस्ट ते नहीं हैगा, वो मौजूद नहीं हैगा, तो जिहड़ी ओहदे दी सौं आ CJI दी जगह सीनियर मोस्ट जज ऑफ द सुप्रीम कोर्ट। ठीक है, सीनियर मोस्ट जज ऑफ द सुप्रीम कोर्ट है जिहड़ा वो ओहदे दी सौं चुकवाऊगा प्रेजिडेंट नूं। अंडरस्टैंड? इस तो बाद गाइस साडे कोल आ रहा कंडीशनस ऑफ द ऑफिस, मतलब कि ओहदी कंडीशनस की ने। पहली कंडीशन आ कि जिहड़ा प्रेजिडेंट आ वह किसी भी हाउस का मैंबर, लोक सभा, राज्य सभा या एनी अदर हाउस, किसी भी हाउस का प्रेजेंट मैंबर नहीं होगा। ठीक है, अगर बाय चांस किसी भी हाउस का वो मैंबर हैगा है, लोक सभा या राज्य सभा का पहला तो मैंबर हैगा है, तो उन्होंने अपनी उस मैंबरशिप तो रिजाइन करना पड़ेगा, वो अपनी मैंबरशिप से नहीं रह सकता। ओके, इस तो बाद अपने को जो नैक्सट चीज़ आ रही है वो आ रही है कि जिन्ना चिर प्रेजिडेंट अपनी पोस्ट के उपर आ, उहदे उपर कोई भी क्रिमिनल केस या किसी भी तरह के कोई केस उहदे उपर नहीं लग सकते। ठीक है, अगर आप गल करिए इहदी टर्म की, इहदे टेन्योर की, कि कितना टाइम वास्ते जिहड़ा प्रेजिडेंट आ वो रह सकता हुंदा, वो रह सकता हुंदा 5 साल वास्ते। बाय चांस 5 साल हो गए पूरे, पर जिहड़ा नैक्सट प्रेजिडेंट आ वो हाले तक नहीं आया हैगा, मतलब कि प्रेजिडेंट के इलैक्शन नहीं होए हैगे, तो फिर आप 5 साल तो यदा एरिया जो मतलब कार्रवाइयां जिहड़ियां कौन करूगा, वह मौजूदा प्रेजिडेंट ही करता होंदा, बेशक वो 5 साल ने जिहड़े वो पूरे हो गए होन। ठीक है, इस तो बाद अपने की गल करनी आ, इस तो बाद अपनी है आ कि भी वह रेजिग्नेशन किनू दूगा। फॉर एग्जाम्पल प्रेजिडेंट कह रहा कि यार मैं हो गया दुखी, मैं तो नहीं सांभिया जाता थोड़ा सिस्टम जा, मैं देन लग्या रिजाइन। फॉर एग्जाम्पल प्राइम मिनिस्टर ने रिजाइन देना है, प्रेजिडेंट को दूगा। चीफ जस्टिस ऑफ इंडिया ने रिजाइन देना है, प्रेजिडेंट को दूगा। वाइस प्रेजिडेंट ने रिजाइन देना है, प्रेजिडेंट को दूगा। क्यों? क्योंकि प्रेजिडेंट इज द हाईएस्ट पोस्ट ऑफ द कंट्री। फॉर एग्जाम्पल असी ने रिजाइन देना है, जेडे अपने ऊपर हैड होणगे उन्होंने रिजाइन देवांगे ना। अगर असी ने रिजाइन देना है, जेडे अपने ऊपर हैड होणगे आप उन्होंने रिजाइन देवांगे, बट जेड़ा खुद ही हैड आ वो किनू रिजाइन दूगा? तब प्रेजिडेंट जेड़ा रिजाइन दिंदा हुंदा वो वाइस प्रेजिडेंट नू रिजाइन दिंदा हुंदा। जेड़ा प्रेजिडेंट दा रिजाइन आ वो वाइस प्रेजिडेंट नू दिंदा हुंदा। ओके, ये तो हो गया अपने प्रेजिडेंट दा रिजाइन। हुण अपने गल ये करनी आ कि फॉर एग्जाम्पल कोई प्रेजिडेंट आ जिन्हों अपने बाहर कढ़ना है, वो काम चंगा नहीं कर रहे, अपने उन्होंने बहुत पावर देती। फॉर एग्जाम्पल वो अपन पावर का करन लग गया मिसयूज, असी उन्होंने कढ़ना है, वो सीट तो हटाना है, उन्होंने बाहर कढ़ना है, उन्होंने भजाना है, कुछ भी की करांगे, किवें करांगे? तो 2 चीज़ां होंदियां ने, तुसीं 2 चीज़ां ध्यान च रखणियां ने। एक होंदी आ रिमूवल
एक हुंदी आ इंपीचमेंट। अगर असीं रिमूवल की गल करिए, रिमूवल मतलब किसी ने सीट तो हटा देना, इंपीचमेंट मतलब यह भी किसी ने सीट तो हटा देना। तो रिमूवल और इंपीचमेंट के फर्क की है? फॉर एग्जाम्पल वाइस प्रेजिडेंट आ, वाइस प्रेजिडेंट तो कोई गलती होगी, इस करके उन्होंने कढ़ना है असीं बाहर, कढ़न का प्रोसैस की आप अगे जाके डिस्कस करते हैं, वो तो कोई गलती होगी। या फिर वाइस प्रेजिडेंट तुसीं रहन दो, आप गल करते हैं चीफ जस्टिस ऑफ इंडिया की, सुप्रीम कोर्ट का मेन जिहड़ा हैड आ, आप उहदी गल करते हैं। बाय चांस वो तो कोई गलती होगी, आपने उन्होंने कढ़ना है बाहर, ठीक है। उन्होंने बाहर कढ़न का प्रोसैस की आ, लोक सभा या राज्य सभा कोई भी एक हाउस, लोक सभा के खिलाफ आ जिहड़ा वो एक मता पास होगा 2/3 मेजोरिटी के नाल उन्होंने कहा जाऊगा कि भाई असीं तैनूं बाहर कढ़ना है, आप पातियां वोटां। सेम प्रोसैस जाऊगा राज्य सभा कि भाई असीं तैनूं 2/3 मेजोरिटी के नाल बाहर कढ़न लगे हाँ, आप पातियां साने वोटां। मतलब इन्होंने भी बाहर कढ़ता, इन्होंने भी बाहर कढ़ता, हुण फाइनल च की हुंदा प्रेजिडेंट साइन करदा हुंदा, आ करते जी प्रेजिडेंट ने साइन, आ गया बंदा बाहर। इहनूं असीं कहने रिमूवल। लोक सभा भी इनकलूड आ, राज्य सभा भी इनकलूड आ, प्रेजिडेंट भी इनकलूड आ, इहनूं कहने आपां रिमूवल। हुण फॉर एग्जाम्पल असीं बाहर कढ़ना है प्रेजिडेंट नूं, असीं बाहर कढ़ना है प्रेजिडेंट नूं। हुण की होगा? हुण यह होगा लोक सभा या राज्य सभा कोई भी एक बंदा, कोई भी एक हाउस पास कर दूगा कि असीं इस प्रेजिडेंट नूं बाहर कढ़ रहे हैं। इस बाद कोई भी दूसरा हाउस पास कर दूगा कि हाँ जी असीं भी अपने वालों इस जिहड़ा प्रेजिडेंट आ उहनूं असीं बाहर कढ़ रहे हैं। इन्हें भी बाहर कढ़ता, इन्हें भी बाहर कढ़ता, पिछे कौन बचिया? प्रेजिडेंट। हुण मेरा सवाल यह है कि इत्थे अपनी कॉमन सेंस काम करूगी कि प्रेजिडेंट अपनी रिमूवल के उपर खुद साइन करूगा कि हाँ जी आ करते मैंने साइन तो मैं निकल गया बाहर? पॉसिबल है नहीं। हुण की होगा? इन्होंने बाहर कढ़ता, इन्होंने बाहर कढ़ता, बंदा बाहर। इस चीज़ नूं असीं कहने आ इंपीचमेंट। ओके, इंपीचमेंट वो हुंदी आ जदों प्रेजिडेंट दे साइन नहीं हुंदे, सीधा प्रेजिडेंट नूं बाहर कढ़िया जाता है। तो इंपीचमेंट सिर्फ और सिर्फ प्रेजिडेंट की होगी, यह तुहानूं ध्यान च रखना। इंपीचमेंट सिर्फ और सिर्फ राष्ट्रपति की होगी। ओके, अगे आपां डिस्कस करते हैं इंपीचमेंट का सिस्टम की आ। इदां ही तुसीं बाहर नहीं कढ़ सकते। बाहर कढ़न का एक होगा रीजन, इंपीचमेंट ऑफ द प्रेजिडेंट बाहर कढ़न का एक होगा रीजन। तो रीजन सिर्फ और सिर्फ एक, और रीजन सिर्फ और सिर्फ एक, तो रीजन हैगा है कि अगर कॉन्स्टिट्यूशन की वायलेशन करता है बंदा, अगर बंदा अकॉर्डिंग टू कॉन्स्टिट्यूशन नहीं चलता, अगर प्रेजिडेंट अकॉर्डिंग टू कॉन्स्टिट्यूशन नहीं चलता तो उन्होंने आप बाहर कढ़ सकते हैं। इस तो इलावा नहीं कि भी वह रवैया नहीं ठीक है जी, वो तो गुस्से च गल करता है, वो तो साडा कहना नहीं मनता है, वो कोल तां प्यार ही नहीं है, वो कोल तां आए, मतलब छोटी मोटी चीज़ां कोई मैटर नहीं करती हैं। वह एटीट्यूड किस तरह का है, वो किसी नाल गल करता या नहीं करता, कुछ नहीं। जो कॉन्स्टिट्यूशन च लिखता कि आह कॉन्स्टिट्यूशन आ, कॉन्स्टिट्यूशन कह रहा है कि प्रेजिडेंट एवें काम करूगा। अगर प्रेजिडेंट अकॉर्डिंग टू कॉन्स्टिट्यूशन काम नहीं करता दैन पार्लीमेंट उन्होंने बाहर कढ़ सकती है। दैन पार्लीमेंट दोनों हाउस लोक सभा ते राज्य सभा उहदी इंपीच कर सकते हैं, ठीक है। बट इंपीच करने वास्ते भी प्रेजिडेंट नूं 14 दिन पहला एक नोटिस जाऊगा, 14 डेज बिफोर एक नोटिस जाऊगा कि भी असीं तैनूं बाहर कढ़ना चाहुंदे हां। तो नोटिस फॉर एग्जाम्पल लोक सभा बाहर कढ़ना चाहती है, फॉर एग्जाम्पल राज्य सभा बाहर कढ़ना चाहती है। कोई भी हाउस पहल कर सकता है, जेड़ा भी हाउस पहल करूगा वो वाले हाउस के घट तो घट 1/4 मैंबर, चौथा हिस्सा 25% मैंबर 14 दिन पहला नोटिस भेजणगे उन्होंने। तो उस तो बाद 2/3 मेजोरिटी मतलब कि पूरे हाउस के 66% बंदे वोटां पाउणगे कि हाँ हाँ भी असीं पा रहे हैं इहनूं वोटां, इहदे खिलाफ वोटां, असीं इहनूं बाहर कढ़ना चाहुंदे हां। अब वोटां दा सेम प्रोसैस पहला एक हाउस दे विच होगा, फिर होगा दूजे हाउस दे विच, ते उस तो बाद बंदा होगा इंपीच। एवें नहीं, एडा आसान नहीं हैगा उहनूं इंपीच करना, उहनूं बाहर कढ़ना। तो खुशी की गल यह आ या प्राउड वाली गल यह आ कि सानू आज़ाद होया 70-75 साल हो गए। साडा जिहड़ा इलैक्शन सिस्टम चल रहा पिछले 70 सालों तो चलता आ रहा है, अज तक
ਇੱਕ ਵੀ ਪ੍ਰੈਜ਼ੀਡੈਂਟ ਇੰਪੀਚ ਨਹੀਂ ਕੀਤਾ ਗਿਆ। ਅੱਜ ਤੱਕ ਇੱਕ ਵੀ ਪ੍ਰੈਜ਼ੀਡੈਂਟ ਆ ਜਿਹੜਾ ਉਹ ਇੰਪੀਚ ਨਹੀਂ ਹੋਇਆ ਹੈਗਾ। ਠੀਕ ਹੈ, ਇੱਥੇ ਤੱਕ ਆ ਗਿਆ ਸਮਝ। ਅੱਗੇ ਹੁਣ ਆਪਣਾ ਇੱਕ ਛੋਟਾ ਜਿਹਾ ਟੌਪਿਕ ਰਹਿੰਦਾ ਹੈ ਕਿ ਵੈਕੈਂਸੀ ਆਫ ਦੀ ਟਰਮ। ਜਿਹੜਾ ਪ੍ਰੈਜ਼ੀਡੈਂਟ ਆ, ਇੱਕ ਤਾਂ ਹੋ ਗਿਆ ਬਾਹਰ ਕੱਢਣਾ, ਮਤਲਬ ਪ੍ਰੈਜ਼ੀਡੈਂਟ ਦੀ ਜਿਹੜੀ ਪੋਸਟ ਆ ਉਹ ਖਾਲੀ ਕਿਵੇਂ ਰਹੂਗੀ। ਖਾਲੀ 4 ਹਾਲਾਤਾਂ 'ਚ ਰਹਿੰਦੀ ਆ। ਪਹਿਲੀ, ਐਕਸਪਾਇਰੀ ਡੇਟ ਆਫ ਟੈਨਿਓਰ, ਮਤਲਬ ਕਿ ਉਹਦੇ ਬੰਦੇ ਦੇ 5 ਸਾਲ ਹੋ ਗਏ ਪੂਰੇ, ਉਹਨੂੰ ਅਸੀਂ ਕੱਢਤਾ ਬਾਹਰ। ਕਿਉਂ ਬਾਹਰ ਕੱਢਤਾ? ਆਟੋਮੈਟਿਕਲੀ ਬਾਹਰ ਹੋ ਗਿਆ, ਉਹਦੇ 5 ਸਾਲ ਪੂਰੇ ਹੋ ਗਏ। ਠੀਕ ਹੈ। ਦੂਸਰਾ, ਬੰਦੇ ਨੂੰ ਹੋ ਗਏ, ਬੰਦੇ ਨੇ ਖੁਦ ਕਰਤਾ ਰਿਜ਼ਾਈਨ ਕਿ ਯਾਰ ਮੇਰੇ ਤੋਂ ਨਹੀਂ ਤੁਹਾਡਾ ਸਿਸਟਮ ਸੰਭਿਆ ਜਾਂਦਾ, ਚੱਕੋ ਮੇਰਾ ਰਿਜ਼ਾਈਨ, ਮੈਂ ਚੱਲਿਆ। ਤੀਸਰਾ, ਤੁਸੀਂ ਬੰਦੇ ਨੂੰ ਕਰ ਰਹੇ ਹੋ ਇੰਪੀਚ। ਚੌਥਾ, ਬਾਇਆ ਚਾਂਸ ਬੰਦੇ ਦੀ ਹੋ ਗਈ ਡੈਥ। ਆ 4 ਰੀਜ਼ਨ ਨੇ ਜਿਨ੍ਹਾਂ ਕਰਕੇ ਬੰਦਾ ਜਾਊਗਾ ਬਾਹਰ। ਸੁਣੋ ਹੁਣ ਧਿਆਨ ਨਾਲ। ਅਗਰ ਤਾਂ ਉਹਦੀ ਹੋ ਰਹੀ ਆ ਟਰਮ ਪੂਰੀ, 5 ਸਾਲ ਹੋ ਗਏ ਪੂਰੇ, 5 ਸਾਲ ਹੋ ਗਏ ਕੰਪਲੀਟ, ਅਗਲੇ ਪ੍ਰੈਜ਼ੀਡੈਂਟ ਦੇ ਜੇ ਇਲੈਕਸ਼ਨ ਨੇ ਜਿਹੜੇ ਉਹ ਹੋਈ ਨਹੀਂ ਹੈਗੇ, ਮਤਲਬ ਇਹਦੇ 5 ਸਾਲ ਪੂਰੇ ਹੋ ਗਏ, ਅਗਲਾ ਪ੍ਰੈਜ਼ੀਡੈਂਟ ਬਣਿਆ ਨਹੀਂ ਹੈਗਾ, ਅਗਲੀਆਂ ਜਿੰਨੀਆਂ ਵੀ ਕਾਰਵਾਈਆਂ ਨੇ, ਜਿੰਨੇ ਵੀ ਸਾਈਨ ਨੇ, ਜਿੰਨੀਆਂ ਵੀ ਅਥਾਰਟੀਜ਼ ਨੇ, ਜਿੰਨਾ ਵੀ ਕੁਝ ਕਰੂਗਾ ਇਹਦੇ ਨਾਮ ਦੇ ਉੱਪਰ ਹੀ ਚੱਲੂਗਾ ਜਦ ਤੱਕ ਨਵਾਂ ਪ੍ਰੈਜ਼ੀਡੈਂਟ ਬਣਦਾ ਨਹੀਂ ਹੈਗਾ। ਠੀਕ ਹੈ। ਨੈਚੁਰਲੀ ਆ ਕਿ ਵੀ ਨਵਾਂ ਹਾਲੇ ਬਣਿਆ ਨਹੀਂ, ਪੁਰਾਣਾ ਚਲੋ ਸਾਂਭੀ ਜਾਂਦਾ, ਪੁਰਾਣਾ ਸਿਸਟਮ ਚਲਾਈ ਜਾਂਦਾ, ਹੋ ਗਿਆ ਓਕੇ। ਪਰ ਅਗਰ ਉਹਨੇ ਰਿਜ਼ਾਈਨ ਦੇਤਾ, ਜਦੋਂ ਰਿਜ਼ਾਈਨ ਨਹੀਂ ਦੇਤਾ ਫਿਰ ਥੋੜੀ ਸਿਸਟਮ ਸਾਂਭ ਲੂਗਾ ਕਿ ਚੱਲ ਯਾਰ ਮੈਂ ਹੀ ਸਾਂਭੀ ਜਾਂਦਾ, ਫਿਰ ਕਿਉਂ ਇਹ ਰਿਜ਼ਾਈਨ ਦੇਤਾ? ਨਹੀਂ। ਅਗਰ ਉਹਦੀ ਇੰਪੀਚਮੈਂਟ ਕਰਤੀ, ਅਗਰ ਉਹਨੂੰ ਬਾਹਰ ਕੱਢਤਾ, ਫਿਰ ਥੋੜੀ ਉਹਨੂੰ ਉਹ ਤੋਂ ਆਪਾਂ ਸਾਈਨ ਕਰਵਾ ਲਾਂਗੇ ਕਿ ਯਾਰ ਆ ਥੋੜਾ ਜਿਹਾ ਸਾਈਨ ਤਾਂ ਕਰੀ, ਕਿ ਫਿਰ ਕਿਉਂਕਿ ਤੈਨੂੰ ਬਾਹਰ ਕੱਢਤਾ ਸਾਈਨ ਕਰਦੇ, ਫਿਰ ਕੀ ਹੋ ਗਿਆ? ਪੋਸੀਬਲ ਨਹੀਂ। ਮਾਈਂਡ ਯੂਜ਼ ਕਰੋ। ਅਗਰ ਡੈਥ ਹੋ ਗਈ ਫਿਰ ਤਾਂ ਬਿਲਕੁਲ ਹੀ ਪੋਸੀਬਲ ਨਹੀਂ ਹੈਗਾ। ਠੀਕ ਹੈ। ਤਾਂ ਇਹਨਾਂ ਹਾਲਾਤਾਂ ਦੇ ਵਿੱਚ ਜਿਹੜਾ ਪ੍ਰੈਜ਼ੀਡੈਂਟ ਦੀਆਂ ਜਿੰਨੀਆਂ ਵੀ ਭੂਮਿਕਾਵਾਂ ਨੇ, ਪ੍ਰੈਜ਼ੀਡੈਂਟ ਦੀ ਜਿਹੜੀ ਸੀਟ ਆ ਉਹ ਚਲੀ ਜਾਂਦੀ ਹੁੰਦੀ ਆ ਵਾਈਸ ਪ੍ਰੈਜ਼ੀਡੈਂਟ ਕੋਲੇ। ਮਤਲਬ ਉਸ ਤੋਂ ਬਾਅਦ ਸਾਰਾ ਸਿਸਟਮ ਕੌਣ ਸਾਂਭਦਾ ਹੁੰਦਾ ਹੈ? ਵਾਈਸ ਪ੍ਰੈਜ਼ੀਡੈਂਟ। ਜਦ ਤੱਕ ਨਵਾਂ ਪ੍ਰੈਜ਼ੀਡੈਂਟ ਬਣਦਾ ਨਹੀਂ, ਸਾਰਾ ਕੁਝ ਕੌਣ ਸਾਂਭੂਗਾ? ਵਾਈਸ ਪ੍ਰੈਜ਼ੀਡੈਂਟ। ਬਟ ਅਗਰ ਪ੍ਰੈਜ਼ੀਡੈਂਟ ਦਾ ਸਿਰਫ ਟਾਈਮ ਪੂਰਾ ਹੋਇਆ ਹੈ, ਇਹਨਾਂ ਤਿੰਨਾਂ ਚੋਂ ਕੋਈ ਵੀ ਇੱਕ ਰੀਜ਼ਨ ਨਹੀਂ ਹੈਗਾ, ਫਿਰ ਉਹੀ ਸਾਂਭੀ ਜਾਂਦਾ ਹੁੰਦਾ ਸਾਰਾ ਕੁਝ। ਅੰਡਰਸਟੈਂਡ? ਅਗਲੀ ਚੀਜ਼, ਬਾਇਆ ਚਾਂਸ ਉੱਥੇ ਵਾਈਸ ਪ੍ਰੈਜ਼ੀਡੈਂਟ ਨਹੀਂ ਹੈਗਾ, ਬਾਇਆ ਚਾਂਸ ਵਾਈਸ ਪ੍ਰੈਜ਼ੀਡੈਂਟ ਨਹੀਂ ਹੈਗਾ, ਤਾਂ ਸਾਰੀਆਂ ਕਾਰਵਾਈਆਂ CJI ਦੇਖੂਗਾ, ਚੀਫ ਜਸਟਿਸ ਆਫ ਇੰਡੀਆ ਦੇਖੂਗਾ। ਬਾਇਆ ਚਾਂਸ ਉਹ ਵੀ ਨਹੀਂ ਹੈਗਾ, ਸੀਨੀਅਰ ਜੱਜ ਆਫ ਦੀ ਸੁਪਰੀਮ ਕੋਰਟ, ਮੋਸਟ ਸੀਨੀਅਰ ਜੱਜ ਆਫ ਦੀ ਸੁਪਰੀਮ ਕੋਰਟ ਸਾਰੀਆਂ ਕਾਰਵਾਈਆਂ ਦੇਖੂਗਾ। ਇੱਕ ਚੀਜ਼ ਦਾ ਤੁਹਾਨੂੰ ਧਿਆਨ ਰੱਖਣਾ ਹੈ ਕਿ ਇੰਡੀਆ ਦੇ ਵਿੱਚ ਕਿਸੇ 1 ਮਿੰਟ ਵਾਸਤੇ ਵੀ, ਇੰਡੀਆ ਦੇ ਵਿੱਚ ਕਿਸੇ 1 ਮਿੰਟ ਵਾਸਤੇ ਵੀ ਪ੍ਰੈਜ਼ੀਡੈਂਟ ਦੀ ਪੋਸਟ ਖਾਲੀ ਨਹੀਂ ਰਹੂਗੀ। ਫੋਰ ਐਗਜ਼ਾਮਪਲ, ਪ੍ਰੈਜ਼ੀਡੈਂਟ ਬਾਹਰ ਕਿਸੇ ਦੌਰੇ ਤੇ ਗਿਆ ਹੋਇਆ, ਕਿਸੇ ਹੋਰ ਸਟੇਟ ਦੇ ਵਿੱਚ, ਕਿਸੇ ਹੋਰ ਕੰਟਰੀ ਦੇ ਵਿੱਚ ਗਿਆ ਹੋਇਆ ਹੈ, ਇੰਡੀਆ ਦੇ ਵਿੱਚ ਸਾਰਾ ਕੁਝ ਸਿਸਟਮ ਕੌਣ ਸੰਭੂਗਾ? ਵਾਈਸ ਪ੍ਰੈਜ਼ੀਡੈਂਟ ਦੀ, ਪ੍ਰੈਜ਼ੀਡੈਂਟ ਦੀ ਜਗ੍ਹਾ ਵਾਈਸ ਪ੍ਰੈਜ਼ੀਡੈਂਟ। ਫੋਰ ਐਗਜ਼ਾਮਪਲ, ਵਾਈਸ ਪ੍ਰੈਜ਼ੀਡੈਂਟ ਵੀ ਗਿਆ ਹੋਇਆ, ਤਾਂ ਸਾਰਾ ਸਿਸਟਮ ਕੌਣ ਸੰਭੂਗਾ? CJI। ਫੋਰ ਐਗਜ਼ਾਮਪਲ, ਉਹ ਵੀ ਨਹੀਂ ਹੈਗਾ ਤਾਂ ਸੀਨੀਅਰ ਮੋਸਟ ਜੱਜ ਆਫ ਦੀ ਸੁਪਰੀਮ ਕੋਰਟ, ਮਤਲਬ ਅੱਗੇ ਦੀ ਅੱਗੇ ਪੋਸਟ ਮਿਲ ਜਾਊਗੀ। ਬਟ ਅਜਿਹਾ ਇੱਕ ਪਲ ਵੀ ਅਜਿਹਾ ਨਹੀਂ ਹੋਊਗਾ ਜਦੋਂ ਪ੍ਰੈਜ਼ੀਡੈਂਟ ਦੀ ਸੀਟ ਖਾਲੀ ਰਹਿ ਜਾਵੇ, ਕਦੇ ਵੀ ਖਾਲੀ ਨਹੀਂ ਹੋਊਗੀ। ਤੇ ਅਗਲਾ ਇੱਕ ਛੋਟਾ ਜਿਹਾ ਟੌਪਿਕ ਆ ਕਿ ਵੀ ਅਗਰ ਪ੍ਰੈਜ਼ੀਡੈਂਟ ਨੇ ਰਿਜ਼ਾਈਨ ਦੇਣਾ ਹੈ, ਉਹ ਕਿਹਨੂੰ ਦਊਗਾ? ਉਹ ਵਾਈਸ ਪ੍ਰੈਜ਼ੀਡੈਂਟ ਨੂੰ ਦਊਗਾ। ਸਭ ਤੋਂ ਵੱਡੀ ਪੋਸਟ ਆ, ਬਟ ਆਪਣਾ ਰਿਜ਼ਾਈਨ ਕਿਹਨੂੰ ਦਊਗੇ? ਉਹ ਆਪਣੇ ਤੋਂ ਛੋਟੀ ਪੋਸਟ ਨੂੰ, ਵਾਈਸ ਪ੍ਰੈਜ਼ੀਡੈਂਟ ਨੂੰ। ਮੈਂ ਉਮੀਦ ਕਰਦਾ ਕਿ ਤੁਹਾਨੂੰ ਇਹ ਟੌਪਿਕ ਸਾਰਾ ਕੰਪਲੀਟ ਸਮਝ ਆ ਗਿਆ ਹੋਣਾ। ਨੈਕਸਟ ਜਿਹੜਾ ਟੌਪਿਕ ਆ ਪਾਵਰਸ ਆਫ ਪ੍ਰੈਜ਼ੀਡੈਂਟ ਆਪਾਂ ਨੇ ਪੜ੍ਹਨੀਆਂ ਨੇ, ਉਹ ਆਪਾਂ ਅਗਲੀ ਵੀਡੀਓ ਦੇ ਵਿੱਚ ਪੜ੍ਹਦੇ ਹਾਂ। ਫਿਲਹਾਲ ਦੇ ਲਈ ਇੰਨਾ ਹੀ, ਆਪਣੀ ਤਿਆਰੀ ਕਰਦੇ ਰਹੋ ਤੇ ਤੁਹਾਨੂੰ ਜਿਹੜੀਆਂ ਵੀਡੀਓਜ਼ ਨੇ ਆਪਣੇ ਪੁਰਾਣੇ ਪੇਪਰਾਂ ਦੀਆਂ ਉਹ ਵੀ ਤੁਹਾਨੂੰ ਮਿਲਣੀਆਂ ਸ਼ੁਰੂ ਹੋ ਜਾਣਗੀਆਂ ਅੱਜ ਜਾਂ ਕੱਲ੍ਹ ਦੇ ਵਿੱਚ ਹੀ। ਥੈਂਕ ਯੂ।